ਗੁੱਡ ਈਵਨਿੰਗ ਜੀ। ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ। ਆਪਣੇ ਕਲਾਸਿਸ ਸੀ ਜਿਹੜੀਆਂ ਪੀਐਸ ਟੈਟ ਸੀ ਟੈਟ ਤੇ ਮਾਸਟਰ ਗ੍ਰੇਡ ਨਾਲ ਚੱਲ ਰਹੀਆਂ ਸੀ, ਖਾਸ ਕਰਕੇ ਹਿਸਟਰੀ ਦੀ ਕਲਾਸਾਂ। ਜਿਹੜਾ ਅੱਗੇ ਪੀਐਸ ਟੈਟ ਆਉਣ ਦੀ ਸੰਭਾਵਨਾ ਹੈਗੀ ਹੈ। ਇਹ ਕਲਾਸਾਂ ਜ਼ਿਆਦਾਤਰ ਉਹਨਾਂ ਵਾਸਤੇ ਨੇ, ਤੇ ਉਸ ਤੋਂ ਇਲਾਵਾ ਜਿਹੜਾ ਸੀ ਟੈਟ ਦੁਬਾਰਾ ਅਪਲਾਈ ਹੋਣ ਲੱਗ ਰਿਹਾ ਹੈਗਾ ਉਹਨਾਂ ਵਾਸਤੇ ਵੀ, ਤੇ ਮਾਸਟਰ ਗ੍ਰੇਡਰ ਵਾਲੇ ਬੱਚਿਆਂ ਵਾਸਤੇ ਵੀ ਜਿਹੜੇ ਹਿਸਟਰੀ ਨੂੰ ਸਬਜੈਕਟ ਲਿਆ। ਠੀਕ ਹੈ ਜੀ। ਸੋ ਜਿਹੜਾ ਆਪਾਂ ਕੱਲ੍ਹ ਪੜ੍ਹਿਆ ਸੀ, ਕੱਲ੍ਹ ਤੱਕ ਦੀ ਜਿਹੜੀ ਆਪਣੀ ਕਲਾਸ ਸੀ, ਤੀਸਰੀ ਗੋਲਮੇਜ ਕਾਨਫਰੰਸ, ਕ੍ਰਿਪਸ ਮਿਸ਼ਨ, ਪੂਨਾ ਪੈਕਟ, ਹੈ ਨਾ, ਅਤੇ ਦੂਸਰਾ ਵਿਸ਼ਵ ਯੁੱਧ, ਇੱਥੋਂ ਤੱਕ ਪੜ੍ਹਿਆ ਸੀ ਆਪਾਂ ਨੇ ਕੱਲ੍ਹ ਵਾਲੀ ਕਲਾਸ ਦੇ ਵਿੱਚ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ, ਟੌਪਿਕ ਨੰਬਰ 11। ਠੀਕ ਹੈ ਜੀ। ਸੋ ਆਓ ਸਟਾਰਟ ਕਰਦੇ ਹਾਂ ਆਪਣੇ ਇਹਦੀ ਕਲਾਸ। ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਵਿਜ਼ਿਟ ਕਰਨੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਤਾਂ ਕਿ ਜਿਹੜੀ ਪਿੱਛੇ ਕਲਾਸਾਂ ਬਣ ਚੁੱਕੀਆਂ ਤੁਸੀਂ ਉਹਨਾਂ ਨੂੰ ਵੀ ਜੁਆਇਨ ਕਰ ਸਕੋ। ਠੀਕ ਹੈ ਜੀ। ਜਿਹੜੀ ਇਹ ਆਪਣੀ ਕਲਾਸਾਂ ਸੀ 1885 ਤੋਂ ਲੈ ਕੇ ਸਟਾਰਟ ਹੋਈਆਂ ਸੀਗੀਆਂ। 1885 ਤੋਂ ਜਦੋਂ ਕਾਂਗਰਸ ਦੀ ਸਥਾਪਨਾ ਹੋਈ ਸੀ। ਉਸ ਤੋਂ ਇਲਾਵਾ 1909 ਤੋਂ ਲੈ ਕੇ 1947 ਤੱਕ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਉਹ ਸਾਰੀਆਂ ਹੁਣ ਤੱਕ ਆਪਾਂ ਕਰ ਲਈਆਂ। ਅਤੇ ਇਸ ਦੇ ਵਿੱਚ ਥੋੜ੍ਹੀ ਜਿਹੀ ਇੱਕ ਕਮੀ ਰਹਿ ਗਈ। ਜਿੰਨੇ ਐਕਟ ਹੋਏ ਨੇ, ਹੈ ਨਾ, ਐਕਟ ਕੀਤੇ ਨੇ ਜਿਹੜੇ ਬ੍ਰਿਟਿਸ਼ ਸਰਕਾਰ ਨੇ, ਜਾਂ ਜਿੰਨੇ ਐਕਟ ਪਾਸ ਹੋਏ ਨੇ, ਜਿੰਨੇ ਵੀ ਚੱਲੇ ਨੇ, ਉਹ ਐਕਟ ਇਹਨਾਂ ਦੇ ਵਿੱਚ ਨਹੀਂ ਹੋਏ, ਕਿਉਂਕਿ ਉਹਨਾਂ ਐਕਟਾਂ ਦੀ ਇਸ ਤੋਂ ਬਾਅਦ ਇੱਕ ਜਿਹੜੀ ਨਵੀਂ ਸੀਰੀਜ਼ ਚਲਾਵਾਂਗੇ ਆਪਾਂ। ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਇਹ ਜਿਹੜਾ ਚੈਪਟਰ ਸੀ ਕਾਫੀ ਲੈਂਥੀ ਸੀ, ਇਸ ਨੂੰ ਕਵਰ ਕਰ ਲਾਂਗੇ ਅੱਜ ਪੂਰੀ ਤਰ੍ਹਾਂ। ਉਸ ਤੋਂ ਬਾਅਦ ਜਿਹੜੇ ਐਕਟਰ ਹੈਗੇ ਉਹਨਾਂ ਵਾਸਤੇ ਇੱਕ ਨਵੀਂ ਸੀਰੀਜ਼ ਸਟਾਰਟ ਕਰਾਂਗੇ। ਕੱਲ੍ਹ ਨੂੰ ਜਿਹੜੀ ਆਪਣੀ ਕਲਾਸ ਹੋਵੇਗੀ ਉਹ ਹੋਵੇਗੀ ਸੁਤੰਤਰਤਾ ਤੋਂ ਬਾਅਦ ਕਿ ਭਾਰਤ ਨੇ ਜਿਹੜੀ ਕੋਈ ਵੀ ਜਿਹੜੀ ਸਮੱਸਿਆਵਾਂ ਦਾ ਸਾਹਮਣਾ ਕੀਤਾ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਸਿਰਫ 3-4 ਕਲਾਸਾਂ ਦੇ ਵਿੱਚ ਹੀ ਕਵਰ ਹੋ ਜਾਊਗਾ ਉਹ ਕੰਮ। ਸੋ ਅੱਜ ਦੀ ਜਿਹੜੀ ਆਪਣੀ ਕਲਾਸ ਆ ਉਹ ਹੈ ਭਾਰਤ ਛੱਡੋ ਅੰਦੋਲਨ। ਜਦੋਂ ਤੱਕ ਭਾਰਤ ਨੂੰ 1947 ਤੱਕ ਆਜ਼ਾਦੀ ਨਹੀਂ ਮਿਲਦੀ ਉਦੋਂ ਤੱਕ ਜਿਹੜੇ ਆਪਣੇ ਸਾਰਾ ਕੁਝ ਹੋਊਗਾ ਇਸੇ ਕਲਾਸ ਦੇ ਵਿੱਚ ਕਵਰ ਹੋ ਜਾਊਗਾ। ਠੀਕ ਹੈ ਜੀ। ਆਓ ਸਟਾਰਟ ਕਰਦੇ ਹਾਂ। 8 ਅਗਸਤ 1942 ਈਸਵੀ ਨੂੰ ਕਹਿੰਦੇ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਸੀ ਜਿਹੜਾ ਉਹ ਸਟਾਰਟ ਕੀਤਾ। 1942 ਨੂੰ 9 ਅਗਸਤ 1942 ਨੂੰ ਕਹਿੰਦੇ ਗਾਂਧੀ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਦੇਖੋ 8 ਅਗਸਤ ਨੂੰ ਇਹਨਾਂ ਨੇ ਜਿਹੜਾ ਅੰਦੋਲਨ ਸੀ ਸਟਾਰਟ ਕੀਤਾ। 9 ਅਗਸਤ ਨੂੰ ਅਗਲੇ ਹੀ ਦਿਨ 1942 ਨੂੰ ਗਾਂਧੀ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਇਹਦੇ ਪਿੱਛੇ ਵੀ ਨੇ ਇੱਕ ਮੋਟਿਵ ਸੀ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ, ਕਿਉਂਕਿ ਗਾਂਧੀ ਨੂੰ ਸਾਰੇ ਜਿਹੜੇ ਭਾਰਤ ਦੇ ਲੋਕ ਆਪਣਾ ਕੀ ਮੰਨਦੇ ਸੀ, ਆਈਡਲ ਮੰਨਦੇ ਸੀ। ਠੀਕ ਹੈ ਜੀ। ਇਕੱਲੇ ਪਰਸਨ ਨੂੰ, ਕਿ ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੀ ਜਿਹੜੀ ਕੋਈ ਵੀ ਉਹ ਗੱਲ ਕਹਿੰਦੇ ਸੀ, ਵਿਦਰੋਹ ਜਾਂ ਮੰਨ ਕੇ ਚੱਲੋ ਕਿ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਉਹ ਜਿਹੜੀ ਵੀ ਇਹਨਾਂ ਨੂੰ ਰਾਸਤੇ 'ਤੇ ਲਿਜਾਂਦੇ ਸੀ, ਉਹ ਹਰ ਇੱਕ ਰਾਸਤੇ 'ਤੇ ਚੱਲਣ ਵਾਸਤੇ ਜਿਹੜੇ ਇੰਡੀਅਨ ਲੋਕ ਸੀ ਉਹ ਤਿਆਰ ਸੀਗੇ। ਸੋ ਬ੍ਰਿਟਿਸ਼ ਸਰਕਾਰ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਹੀ ਜਿਹੜਾ ਗ੍ਰਿਫਤਾਰ ਕੀਤਾ, ਅਤੇ ਉਸ ਤੋਂ ਇਲਾਵਾ ਇਹਨਾਂ ਨੂੰ ਜਿਹੜਾ ਕਹਿੰਦੇ ਨੇ ਅੰਡਰਗਰਾਊਂਡ, ਧਰਤੀ ਦੇ ਨੀਚੇ ਕੈਦ ਕਰ ਲਿਆ ਸੀ। ਅਤੇ ਮਹਾਤਮਾ ਗਾਂਧੀ ਨੇ ਇੱਕ ਨਾਅਰਾ ਦਿੱਤਾ ਸੀ, ਕਿਹੜਾ, ਕਰੋ ਜਾਂ ਮਰੋ। ਕਿਉਂਕਿ ਹੁਣ ਤੱਕ ਆ ਕੇ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਮਹਾਤਮਾ ਗਾਂਧੀ ਨੂੰ ਵੀ ਪਤਾ ਲੱਗ ਗਿਆ ਸੀ ਕਿ ਚੁੱਪ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ, ਹੁਣ ਤਾਂ ਜਾਂ ਕਰੋ ਜਾਂ ਮਰੋ। ਠੀਕ ਹੈ ਜੀ। ਕਹਿੰਦੇ ਮਹਾਤਮਾ ਗਾਂਧੀ ਨੂੰ ਗ੍ਰਿਫਤਾਰ ਕਰਕੇ ਪੂਨਾ ਦੇ ਆਗਾ ਖਾਨ ਮਹਿਲ, ਪੂਨਾ ਦੇ ਵਿੱਚ ਇੱਕ ਆਗਾ ਖਾਨ ਮਹਿਲ ਸੀਗਾ ਜਿਸ ਦੇ ਵਿੱਚ ਕੈਦ ਰੱਖਿਆ ਸੀਗਾ। ਮੁਸਲਿਮ ਲੀਗ ਨੇ ਕਹਿੰਦੇ ਭਾਰਤ ਛੱਡੋ ਅੰਦੋਲਨ ਦਾ ਸਾਥ ਨਹੀਂ ਦਿੱਤਾ। ਮੁਸਲਿਮ ਲੀਗ ਸੀ ਜਿਹੜੀ, ਉਸ ਤੋਂ ਪਹਿਲਾਂ ਵੀ ਜਿਹੜੀ ਕਈ ਘਟਨਾਵਾਂ ਹੋਈਆਂ ਨੇ, ਕਈ ਦੇ ਵਿੱਚ ਤਾਂ ਇਹਨਾਂ ਨੇ ਹਿੱਸਾ ਲਿਆ, ਪਰ ਕਈ ਅਜਿਹੀਆਂ ਘਟਨਾਵਾਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਸਾਥ ਨਹੀਂ ਦਿੱਤਾ। ਉਸੇ ਤਰ੍ਹਾਂ ਭਾਰਤ ਛੱਡੋ ਅੰਦੋਲਨ ਦੇ ਵਿੱਚ ਵੀ ਜਿਹੜੇ ਮੁਸਲਿਮ ਲੀਗ ਸੀ ਇਹਨਾਂ ਨੇ ਇੰਡੀਅਨ ਲੋਕਾਂ ਦਾ ਸਾਥ ਨਹੀਂ ਦਿੱਤਾ। ਜੇ ਆਪਾਂ ਕਹਿ ਲਈਏ ਕਾਂਗਰਸ ਲੋਕਾਂ ਦਾ, ਹੈ ਨਾ, ਹੈਗੇ ਤਾਂ ਇਹ ਵੀ ਇੰਡੀਅਨ ਹੀ ਸੀ, ਇਹ ਨਹੀਂ ਹੈਗਾ ਕੋਈ ਇੰਡੀਆ ਤੋਂ ਬਾਹਰ ਸੀ। ਇਹ ਇੰਡੀਆ ਤੋਂ ਬਾਹਰ ਤਾਂ ਫੇਰ ਬਣਨਗੇ ਜਦੋਂ ਭਾਰਤ ਦੇ 2 ਟੁਕੜੇ ਹੋ ਜਾਣਗੇ। ਠੀਕ ਹੈ ਜੀ। ਊਸ਼ਾ ਮਹਿਤਾ ਜਿਹੜੀ ਕਾਂਗਰਸ ਦੀ ਇੱਕ ਮੇਨ ਜਿਹੜੀ ਮਹਿਲਾ ਸੀਗੀ, ਜਿਨ੍ਹਾਂ ਨੂੰ ਕਾਂਗਰਸ ਦਾ ਰੇਡੀਓ ਕਹਿ ਕੇ ਵੀ ਸਨਮਾਨਿਆ ਜਾਂਦਾ ਹੈ। ਊਸ਼ਾ ਮਹਿਤਾ ਜਿਨ੍ਹਾਂ ਨੂੰ ਕਾਂਗਰਸ ਦਾ ਰੇਡੀਓ ਵੀ ਕਿਹਾ ਜਾਂਦਾ ਹੈ, ਉਹਨਾਂ ਨੇ ਰੇਡੀਓ ਦਾ ਕੰਮ ਕੀਤਾ। ਹੁਣ ਦੇਖੋ ਇਹਨਾਂ ਨੇ ਜਿਹੜਾ ਰੇਡੀਓ ਦਾ ਕੰਮ ਸੀ ਉਹ ਕਿਸ ਤਰ੍ਹਾਂ ਕੀਤਾ ਸੀਗਾ। ਇਹਨਾਂ ਨੇ ਧਰਤੀ ਦੇ ਅੰਡਰਗਰਾਊਂਡ ਦੀ ਕਹਿੰਦੇ ਇੱਕ ਗੁਫਾ ਦੀ ਤਰ੍ਹਾਂ ਪੱਟ ਕੇ, ਜਿੱਥੇ ਮਹਾਤਮਾ ਗਾਂਧੀ ਕੈਦ ਸੀ ਉਸ ਦੇ ਨੀਚੋਂ ਦੀ ਇੱਕ ਸੁਰੰਗ ਪੱਟ ਕੇ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਉੱਥੋਂ ਰਿਕਾਰਡ ਕਰਦੇ ਸੀ, ਅਤੇ ਅਗਲੇ ਦਿਨ ਲੋਕਾਂ ਨੂੰ ਸੁਣਾਇਆ ਜਾਂਦਾ ਸੀ। ਕਾਫੀ ਜਿਹੜਾ ਜੋਖਿਮ ਭਰਿਆ ਕੰਮ ਸੀ, ਕਿਉਂਕਿ ਜਿਹੜੀ ਮਹਾਤਮਾ ਗਾਂਧੀ ਜਿੱਥੇ ਕੈਦ ਸੀ ਕਾਫੀ ਜਿਹੜੀ ਟਾਈਟ ਸਿਕਿਉਰਿਟੀ ਸੀ, ਪਰ ਫਿਰ ਵੀ ਇਹਨਾਂ ਦੇ ਨਾਲ ਹੋਰ ਕਈ ਸੀਗੇ ਨੇਤਾ ਜਿਨ੍ਹਾਂ ਨੇ ਰਲ ਕੇ ਇਹ ਕੰਮ ਨੂੰ ਅੰਜਾਮ ਦਿੱਤਾ। ਕਿ ਜਿਹੜੀ ਇਹ ਤਾਂ ਨਹੀਂ ਹੁੰਦਾ ਕਿ ਜੇਕਰ ਇੱਕ ਭੀੜ ਹੈ, ਜੇਕਰ ਉਹਨਾਂ ਨੂੰ ਕੋਈ ਨੇਤਾ ਨਾ ਮਿਲੇਗਾ ਤਾਂ ਜਿਹੜੀ ਭੀੜ ਹੈ ਭੀੜ ਹੀ ਰਹੇਗੀ, ਹੈ ਨਾ। ਤਾਂ ਇਹਨਾਂ ਨੂੰ ਕੀ ਸੀਗਾ ਕਿ ਜਿਹੜੇ ਲੋਕ ਸੀ ਅਗਲੇ ਦਿਨ ਉਹ ਵੀ ਕਹਿ ਰਹੇ ਸੀ 8 ਤੋਂ ਬਾਅਦ ਕਿ 9 ਨੂੰ ਜਿਹੜੇ ਮਹਾਤਮਾ ਗਾਂਧੀ ਕਿੱਧਰ ਗਏ, ਹੈ ਨਾ। ਸੋ ਇਹਨਾਂ ਨੂੰ ਪਤਾ ਸੀ ਕਿ ਮਹਾਤਮਾ ਗਾਂਧੀ ਨੂੰ ਕਿੱਥੇ ਕੈਦ ਕੀਤਾ ਗਿਆ, ਤਾਂ ਇਹਨਾਂ ਨੇ ਕੀ ਕੀਤਾ,
ਕਿ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਹ ਜਿਹੜੇ ਵੱਡੇ ਕਦਮ ਨੇ ਉਹ ਚੱਕੇ ਗਏ। ਉਸ ਤੋਂ ਇਲਾਵਾ ਦੇਖੋ, ਜੈ ਪ੍ਰਕਾਸ਼ ਨਾਰਾਇਣ, ਰਾਮ ਮਨੋਹਰ ਲੋਹੀਆ ਨੇਤਾਵਾਂ ਨੇ ਕਹਿੰਦੇ ਜ਼ਮੀਨ ਦੇ ਅੰਦਰ ਰਹਿ ਕੇ ਅੰਦੋਲਨ ਨੂੰ ਅੱਗੇ ਚਲਾਇਆ। ਇਹੀ ਸੀ ਜਿਨ੍ਹਾਂ ਨੇ ਊਸ਼ਾ ਮਹਿਤਾ ਦੇ ਨਾਲ ਰਹਿ ਕੇ ਅੰਦੋਲਨ ਨੂੰ ਅੱਗੇ ਚਲਾਉਣ ਵਾਸਤੇ ਜਿਹੜੇ ਆਪਣੇ ਕਾਫੀ ਜਿਹੜਾ ਅਹਿਮ ਭੂਮਿਕਾ ਨਿਭਾਈ ਹੈ। ਉਸ ਤੋਂ ਬਾਅਦ ਦੇਖੋ, ਆਜ਼ਾਦ ਹਿੰਦ ਫੌਜ, ਨੇਤਾ ਜੀ ਸੁਭਾਸ਼ ਚੰਦਰ ਬੋਸ ਜਿਹਨੂੰ ਆਪਾਂ ਸਾਰੇ ਜਾਣਦੇ ਹਾਂ, ਇੱਕ ਜਿਹੜੀ ਬਹੁਤ ਮਹਾਨ ਸ਼ਖਸੀਅਤ ਹੋਏ ਨੇ ਇੰਡੀਆ ਦੀ। ਸੁਭਾਸ਼ ਚੰਦਰ ਬੋਸ ਕਹਿੰਦੇ ਰਾਸ਼ਟਰੀ ਅੰਦੋਲਨ ਦਾ ਇੱਕ ਜਿਹੜਾ ਹੋਰ ਮਹੱਤਵਪੂਰਨ ਨੇਤਾ ਸੀਗੇ। 1939 ਦੇ ਵਿੱਚ ਮਹਾਤਮਾ ਗਾਂਧੀ ਦੇ ਨਾਲ ਵਿਚਾਰਾਂ ਦੇ ਵਿੱਚ ਮਤਭੇਦ ਹੋ ਜਾਣ ਦੇ ਕਾਰਨ ਇਹਨਾਂ ਨੇ ਕਾਂਗਰਸ ਦਾ ਕੀ ਕਰ ਦਿੱਤਾ ਸੀਗਾ, ਤਿਆਗ ਕਰ ਦਿੱਤਾ ਸੀਗਾ। ਕਾਂਗਰਸ ਦੇ ਵਿੱਚ ਕਹਿੰਦੇ ਇੱਕ ਚੋਣਾਂ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਜਿਹੜੇ ਸੁਭਾਸ਼ ਚੰਦਰ ਨੂੰ ਚੁਣਿਆ ਗਿਆ ਸੀ, ਪਰ ਫਿਰ ਵੀ ਇਹਨਾਂ ਨੇ ਮਹਾਤਮਾ ਗਾਂਧੀ ਦੀ ਇੱਜ਼ਤ ਕਰਦੇ ਹੋਏ ਆਪਣੇ ਪਦ ਤੋਂ ਅਸਤੀਫਾ ਦਿੱਤਾ ਸੀਗਾ। ਠੀਕ ਹੈ ਜੀ। ਤੇ ਕਾਂਗਰਸ ਤੋਂ ਇਹ ਕੀ ਹੋ ਗਈ ਸੀ, ਪ੍ਰਤੱਖ ਹੋ ਗਈ ਸੀਗੀ, ਅਲੱਗ ਹੋ ਗਈ ਸੀਗੀ। ਪਰ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜੇ ਮਹਾਤਮਾ ਗਾਂਧੀ ਸੀ ਇਹਨਾਂ ਨੇ ਦਿਲੋਂ ਨਹੀਂ ਮਾਫ ਕੀਤਾ ਸੁਭਾਸ਼ ਚੰਦਰ ਬੋਸ ਨੂੰ, ਪਰ ਇਹਨਾਂ ਦੇ ਦਿਲ ਵਿੱਚ ਅਜਿਹੀ ਕੋਈ ਖਟਾਸ ਨਹੀਂ ਸੀ। ਠੀਕ ਹੈ ਜੀ। ਸੋ ਇਹਨਾਂ ਨੂੰ ਜਿਹੜਾ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦੇ ਵਿੱਚੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ, ਇੰਡੀਆ ਦੇ ਵਿੱਚੋਂ ਇਹਨਾਂ ਨੂੰ ਬੈਨ ਕਰ ਦਿੱਤਾ ਗਿਆ ਸੀ। ਠੀਕ ਹੈ ਜੀ। ਮਾਰਚ 1941 ਦੇ ਵਿੱਚ ਕਹਿੰਦੇ ਸੁਭਾਸ਼ ਚੰਦਰ ਬੋਸ ਭਾਰਤ ਦੇ ਵਿੱਚੋਂ ਬਾਹਰ ਚਲੇ ਗਏ, ਮਾਰਚ 1941 ਦੇ ਵਿੱਚ, ਤੇ ਉਹ ਟੋਕੀਓ ਜਾਪਾਨ ਦੇ ਵਿੱਚ ਪਹੁੰਚੇ 1943 ਦੇ ਵਿੱਚ। ਠੀਕ ਹੈ ਜੀ। ਕਹਿੰਦੇ ਉਹਨਾਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਆਜ਼ਾਦ ਹਿੰਦ ਫੌਜ ਦੀ ਜਿਹੜੀ ਸਥਾਪਨਾ ਕੀਤੀ ਸੀ। ਹੁਣ ਦੇਖੋ ਕਿੰਨੀ ਮਹਾਨ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੂੰ ਇੰਡੀਆ ਦੇ ਵਿੱਚੋਂ ਬੈਨ ਕਰਨ ਤੋਂ ਬਾਅਦ ਵੀ ਉਹ ਇੰਡੀਆ ਨੂੰ ਆਜ਼ਾਦ ਕਰਵਾਉਣ ਦੀ ਜਿਹੜੀ ਯੁਕਤਾਂ ਸੀ ਉਹ ਬਣਾ ਰਹੀ ਸੀ। ਤੇ ਇਸ ਤੋਂ ਇਲਾਵਾ ਕਹਿੰਦੇ ਇਹ ਅਲੱਗ-ਅਲੱਗ ਨੇਤਾਵਾਂ ਦੇ ਕੋਲ ਵੀ ਗਏ, ਜਿਵੇਂ ਇੱਕ ਜਰਮਨੀ ਦੇ ਜਿਹੜੇ ਹਿਟਲਰ ਸੀ ਉਹਨਾਂ ਤੱਕ ਨੂੰ ਜਾ ਕੇ ਮਿਲੀ ਸੀ ਕਿ ਤੁਸੀਂ ਮੈਨੂੰ ਸਹਾਇਤਾ ਦਿਓ, ਹੈ ਨਾ, ਵੀ ਇੰਡੀਆ ਨੂੰ ਆਜ਼ਾਦ ਕਰਵਾਉਣ ਵਾਸਤੇ। ਕਿੰਨੇ ਜ਼ਿਆਦਾ ਜਿਹੜੇ ਇਹਨਾਂ ਨੇ ਕੰਮ ਕੀਤੇ ਨੇ। 1943 ਦੇ ਵਿੱਚ ਕਹਿੰਦੇ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਜਾਪਾਨ ਦੀ ਜਿਹੜੀ ਹਾਰ ਹੋਈ ਸੀ। ਹੁਣ ਦੇਖੋ ਇਹ ਟੋਕੀਓ ਗਏ, ਉੱਥੇ ਜਾ ਕੇ ਜਿਹੜੇ ਇਹਨਾਂ ਨੇ ਇੱਕ ਆਪਣੀ ਆਜ਼ਾਦ ਹਿੰਦ ਫੌਜ ਦੀ ਜਿਹੜੀ ਸਥਾਪਨਾ ਕੀਤੀ। ਤੇ ਉਸ ਤੋਂ ਇਲਾਵਾ ਕੀ ਹੋਏ, ਜਿਹੜੇ ਦੁਰਘਟਨਾ ਵਸ ਜਿਹੜੀ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਕਹਿੰਦੇ ਜਿਹੜੀ ਜਾਪਾਨ ਦੀ ਹਾਰ ਹੋ ਗਈ ਸੀ ਤੇ ਆਜ਼ਾਦ ਹਿੰਦ ਫੌਜ ਸੀ ਜਿਹੜੀ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਅਸਫਲ ਰਹੀ। 1945 ਦੇ ਵਿੱਚ ਕਹਿੰਦੇ ਇੱਕ ਹਵਾਈ ਜਹਾਜ਼ ਦੁਰਘਟਨਾ ਕਰਕੇ ਸੁਭਾਸ਼ ਚੰਦਰ ਬੋਸ ਦੀ ਜਿਹੜੀ ਮੌਤ ਹੋ ਗਈ ਸੀ। 1945 ਦੇ ਵਿੱਚ ਜਿਹੜੇ ਇਹ ਮਹਾਨ ਨੇਤਾ ਸੀ ਇਹਨਾਂ ਦੀ ਦੁਰਘਟਨਾ ਕਰਕੇ, ਹਵਾਈ ਜਹਾਜ਼ ਦੁਰਘਟਨਾ ਕਰਕੇ ਇਹਨਾਂ ਦੀ ਮੌਤ ਹੋ ਗਈ ਸੀ। ਸੋ ਉਸ ਤੋਂ ਬਾਅਦ ਦੇਖੋ ਕੈਬਨਿਟ ਮਿਸ਼ਨ 1946 ਨੂੰ ਕਹਿੰਦੇ ਭਾਰਤੀ ਸੰਵਿਧਾਨ ਸਭਾ ਦੀ ਸਥਾਪਨਾ ਦੇ ਲਈ ਕੈਬਨਿਟ ਮਿਸ਼ਨ ਸੀ ਜਿਹੜਾ ਉਹ ਇੰਡੀਆ ਦੇ ਵਿੱਚ ਭੇਜਿਆ ਗਿਆ। 1946 ਦੇ ਵਿੱਚ ਭਾਰਤੀ ਸੰਵਿਧਾਨ ਸਭਾ ਦੀ ਸਥਾਪਨਾ ਦੇ ਲਈ ਕੈਬਨਿਟ ਮਿਸ਼ਨ ਸੀ ਜਿਹੜਾ ਇੰਡੀਆ ਭੇਜਿਆ ਗਿਆ। ਹੁਣ ਦੇਖੋ ਕਹਿੰਦੇ ਇਹ ਮਿਸ਼ਨ 24 ਮਾਰਚ 1946 ਨੂੰ ਦਿੱਲੀ ਪਹੁੰਚਿਆ। 24 ਮਾਰਚ 1946 ਨੂੰ ਦਿੱਲੀ ਦੇ ਵਿੱਚ ਪਹੁੰਚਿਆ। ਇਸ ਮਿਸ਼ਨ ਦੇ ਕਹਿੰਦੇ 3 ਮੈਂਬਰ ਸੀਗੇ। ਕਿਹੜੇ ਸੀ? ਲਾਰਡ ਪੈਥਿਕ ਲਾਰੈਂਸ, ਸਟੈਫੋਰਡ ਕ੍ਰਿਪਸ, A.B. ਅਲੈਗਜ਼ੈਂਡਰ। ਠੀਕ ਹੈ ਜੀ। ਇਹ 3 ਇਹਦੇ ਮੇਨ ਮੈਂਬਰ ਸੀ, ਪਰ ਇਹਨਾਂ ਦੇ ਵਿੱਚੋਂ ਪ੍ਰਧਾਨ ਕਿਹੜਾ ਸੀ? ਲਾਰਡ ਪੈਥਿਕ ਲਾਰੈਂਸ ਸੀ ਜਿਹੜਾ ਇਸ ਮਿਸ਼ਨ ਦਾ ਕੈਬਨਿਟ ਮਿਸ਼ਨ ਦਾ ਪ੍ਰਧਾਨ ਬਣਾਇਆ ਗਿਆ ਸੀ। ਇਹ ਜੁਲਾਈ 1946 ਦੇ ਵਿੱਚ ਕਹਿੰਦੇ ਕੈਬਨਿਟ ਮਿਸ਼ਨ ਯੋਜਨਾ ਦੇ ਤਹਿਤ ਸੰਵਿਧਾਨ ਸਭਾ ਦੇ ਮੈਂਬਰਾਂ ਦਾ ਚੁਣਾਵ ਹੋਇਆ। 1946 ਦੇ ਵਿੱਚ ਕੈਬਨਿਟ ਮਿਸ਼ਨ ਯੋਜਨਾ ਦੇ ਤਹਿਤ ਸੰਵਿਧਾਨ ਸਭਾ ਦੇ ਮੈਂਬਰਾਂ ਦਾ ਕੀ ਹੋਇਆ ਸੀ? ਚੁਣਾਵ ਹੋਇਆ ਸੀ। ਮੁਸਲਿਮ ਲੀਗ ਨੇ ਕਹਿੰਦੇ ਕੈਬਨਿਟ ਮਿਸ਼ਨ ਯੋਜਨਾ ਨੂੰ ਆਪਣੀ ਮਨਜ਼ੂਰੀ ਨਾ ਦਿੱਤੀ। ਹੁਣ ਦੇਖੋ ਇਹਨਾਂ ਨੇ ਜਿਹੜੀ ਭਾਰਤ ਛੱਡੋ ਅੰਦੋਲਨ ਦੇ ਵਿੱਚ ਵੀ ਨਹੀਂ ਸਾਥ ਦਿੱਤਾ ਸੀ ਤੇ ਇੱਥੇ ਆ ਕੇ ਕੈਬਨਿਟ ਜਿਹੜੀ ਮਿਸ਼ਨ ਯੋਜਨਾ ਬਣਾਈ ਗਈ ਸੀ ਇਹਨਾਂ ਨੂੰ ਵੀ ਆਪਣੀ ਮਨਜ਼ੂਰੀ ਨਹੀਂ ਦਿੱਤੀ ਸੀਗੀ। ਉਸ ਤੋਂ ਇਲਾਵਾ ਦੇਖੋ ਮਾਊਂਟ ਬੇਟਨ ਯੋਜਨਾ 20 ਫਰਵਰੀ 1947 ਨੂੰ ਕਹਿੰਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਲਾਰਡ ਏਟਲੀ ਨੇ ਐਲਾਨ ਕੀਤਾ ਕਿ 30 ਜੂਨ 1948 ਨੂੰ ਅੰਗਰੇਜ਼ ਸਰਕਾਰ ਭਾਰਤ ਨੂੰ ਕੀ ਕਰ ਦੇਵੇਗੀ? ਆਜ਼ਾਦ ਕਰ ਦੇਵੇਗੀ। ਦੇਖੋ 20 ਫਰਵਰੀ 1947 ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਕਿਹੜੇ ਸੀ? ਲਾਰਡ ਏਟਲੀ ਨੇ ਐਲਾਨ ਕੀਤਾ ਕਿ 30 ਜੂਨ 1948 ਨੂੰ ਜਿਹੜੀ ਅੰਗਰੇਜ਼ ਸਰਕਾਰ ਹੈ ਭਾਰਤ ਨੂੰ ਆਜ਼ਾਦ ਕਰ ਦੇਵੇਗੀ। ਠੀਕ ਹੈ ਜੀ। 22 ਮਾਰਚ 1947 ਨੂੰ ਕਹਿੰਦੇ ਲਾਰਡ ਮਾਊਂਟਬੇਟਨ ਨੂੰ ਭਾਰਤ ਦਾ ਨਵਾਂ ਵਾਇਸਰਾਏ ਬਣਾ ਕੇ ਭੇਜਿਆ ਗਿਆ। 22 ਮਾਰਚ 1947 ਨੂੰ ਲਾਰਡ ਮਾਊਂਟਬੇਟਨ ਸੀ ਜਿਹੜਾ ਭਾਰਤ ਦਾ ਨਵਾਂ ਵਾਇਸਰਾਏ ਬਣ ਕੇ ਇੰਡੀਆ ਦੇ ਵਿੱਚ ਆਇਆ। 30 ਜੂਨ 1947 ਨੂੰ ਕਹਿੰਦੇ ਮਾਊਂਟਬੇਟਨ ਨੂੰ ਭਾਰਤ ਵੰਡ ਸੰਬੰਧੀ ਪ੍ਰਸਤਾਵ ਰੱਖਿਆ ਗਿਆ ਜਿਸ ਨੂੰ ਮਾਊਂਟਬੇਟਨ ਪਲਾਨ ਕਿਹਾ ਜਾਂਦਾ ਹੈ। 3 ਜੂਨ 1947 ਨੂੰ
ਮਾਊਂਟਬੇਟਨ ਨੇ ਭਾਰਤ ਦੀ ਵੰਡ ਦੇ ਸੰਬੰਧੀ ਪ੍ਰਸਤਾਵ ਰੱਖਿਆ, ਜਿਸ ਨੂੰ ਕੀ ਕਿਹਾ ਜਾਂਦਾ ਗਾ, ਮਾਊਂਟਬੇਟਨ ਪਲਾਨ ਕਿਹਾ ਜਾਂਦਾ। ਠੀਕ ਹੈ ਜੀ। ਭਾਰਤੀ ਸੁਤੰਤਰਤਾ ਐਕਟ 1946 ਅਤੇ ਭਾਰਤ ਦੀ ਵੰਡ। ਹੁਣ ਦੇਖੋ ਇੰਡੀਆ ਦੀ ਵੰਡ ਹੁਣ ਹੋਵੇਗੀ ਅੱਗੇ ਜਾ ਕੇ। 20 ਫਰਵਰੀ 1947 ਨੂੰ ਕਹਿੰਦੇ ਲਾਰਡ ਏਟਲੀ ਨੇ ਐਲਾਨ ਕੀਤਾ। 20 ਫਰਵਰੀ 1947 ਨੂੰ ਲਾਰਡ ਏਟਲੀ ਨੇ ਐਲਾਨ ਕੀਤਾ ਕਿ 30 ਜੂਨ 1948 ਨੂੰ 30 ਜੂਨ 1948 ਨੂੰ ਸਰਕਾਰ ਹੈ ਜਿਹੜੀ ਭਾਰਤ ਨੂੰ ਆਜ਼ਾਦ ਕਰ ਦੇਵੇਗੀ। ਤਾਂ ਆਪਾਂ ਉੱਪਰ ਵੀ ਪੜ੍ਹੇ ਕਿ ਇਹਨਾਂ ਨੇ ਐਲਾਨ ਕੀਤਾ ਸੀ। ਲਾਰਡ ਏਟਲੀ ਨੇ ਕਹਿੰਦੇ ਇਸ ਦੇ ਬਾਰੇ ਕਾਂਗਰਸ ਦੇ ਨੇਤਾਵਾਂ ਨਾਲ ਕੀ ਕੀਤਾ, ਵਿਚਾਰ ਵਟਾਂਦਰਾ ਕੀਤਾ। ਕਾਂਗਰਸ ਦੇ ਨੇਤਾਵਾਂ ਦੇ ਨਾਲ ਇਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਲਾਰਡ ਏਟਲੀ ਨੇ ਕਿ ਭਾਰਤ ਨੂੰ ਅਸੀਂ ਆਜ਼ਾਦ ਤਾਂ ਕਰ ਦੇਵਾਂਗੇ, ਪਰ ਭਾਰਤ ਦੇ ਕੀ ਹੋਣਗੇ, 2 ਹਿੱਸੇ ਹੋਣਗੇ। 2 ਹਿੱਸੇ ਤਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਆਪਾਂ ਨੇ ਜਿੱਥੇ ਬੰਗਾਲ ਦੀ ਵੰਡ ਪੜ੍ਹੀ ਸੀ ਨਾ 1905 ਦੇ ਵਿੱਚ ਹੋਈ ਸੀ। 1905 ਦੇ ਵਿੱਚ ਜਦੋਂ ਬੰਗਾਲ ਦੀ ਵੰਡ ਹੋਈ ਸੀ, ਭਾਰਤ ਦੀ ਵੰਡ ਦਾ ਉਦੋਂ ਹੀ ਲਿਖੀ ਗਈ ਸੀ। ਕਿਉਂ, ਮੈਂ ਤੁਹਾਨੂੰ ਉਸ ਵੀਡੀਓ ਦੇ ਵਿੱਚ ਵੀ ਜ਼ੋਰ ਦਿੱਤਾ ਸੀ ਕਿ ਜਿਹੜੇ 2 ਹਿੱਸੇ ਹੋਏ ਸੀ ਇੱਕ ਪ੍ਰਾਂਤ ਦੇ, ਜਿਹਦੇ ਵਿੱਚ ਕੀ ਕੀਤਾ ਸੀ ਇਹਨਾਂ ਨੇ, ਜਿਹੜੇ ਬਾਂਗਲਾਦੇਸ਼ ਬਣੇ ਸੀ ਉਸ ਦੇ ਵਿੱਚ ਮੁਸਲਿਮ ਸੰਖਿਆ ਜ਼ਿਆਦਾ ਸੀ ਤੇ ਉਸ ਤੋਂ ਇਲਾਵਾ ਜਿਹੜਾ ਆਪਣੇ ਵਾਲਾ ਬੰਗਾਲ ਹੈ ਇਸ ਦੇ ਵਿੱਚ ਹਿੰਦੂ ਜ਼ਿਆਦਾ ਨੇ। ਇਹਨਾਂ ਨੇ ਮੁਸਲਮਾਨਾਂ ਨੂੰ ਉਸ ਟਾਈਮ ਤੋਂ ਹੀ ਅਲੱਗ ਕਰਤਾ ਸੀ ਕਿ ਇਹਨਾਂ ਦੇ ਆਪਸੀ ਵਿਚਾਰਾਂ ਦੇ ਵਿੱਚ ਕੀ ਹੋ ਜੇ, ਮਤਭੇਦ ਪੈਦਾ ਹੋ ਜੇ। ਤਾਂ ਹੀ ਤਾਂ ਮੁਸਲਿਮ ਲੀਗ ਬਣੀ ਸੀ ਅੱਗੇ ਜਾ ਕੇ। ਠੀਕ ਹੈ ਜੀ। ਭਾਰਤ ਦੀ ਵੰਡ ਤਾਂ ਉਹਦੀ ਲਿਖੀ ਗਈ ਸੀ ਕਿ ਭਾਰਤ ਨੂੰ ਆਜ਼ਾਦੀ ਤਾਂ ਮਿਲ ਜਾਵੇਗੀ, ਪਰ ਭਾਰਤ ਦੇ 2 ਹਿੱਸੇ ਹੋਣਗੇ, ਪਹਿਲਾ ਭਾਰਤ ਤੇ ਦੂਸਰਾ ਪਾਕਿਸਤਾਨ। ਕਾਂਗਰਸ ਦੇ ਨੇਤਾਵਾਂ ਨੇ ਕਹਿੰਦੇ ਇਸ ਵੰਡ ਨੂੰ ਕੀ ਕਰ ਲਿਆ, ਸਵੀਕਾਰ ਕਰ ਲਿਆ। ਹੁਣ ਦੇਖੋ ਉਹਨਾਂ ਦੇ ਸਵੀਕਾਰ ਕਰਨ ਦਾ ਵੀ ਇੱਕ ਜਿਹੜਾ ਮੇਨ ਮਕਸਦ ਸੀ ਕੀ ਸੀਗਾ, ਕਿਉਂਕਿ ਮਨਾਂ ਦੇ ਵਿੱਚ ਖਟਾਸ ਤਾਂ ਪਹਿਲੀ ਪੈ ਚੁੱਕੀ ਸੀ ਤੇ ਉਸ ਤੋਂ ਇਲਾਵਾ ਆਪਾਂ ਵੀ ਦੇਖਿਆ ਕਿ ਜਿਹੜੀ ਮੁਸਲਿਮ ਲੀਗ ਨੇ ਕਈ ਜਿਹੜੇ ਮੇਨ ਜਿਹੜੇ ਅੰਦੋਲਨ ਹੋਣੇ ਉਹਨਾਂ ਦੇ ਵਿੱਚ ਭਾਰਤੀ ਲੋਕਾਂ ਦਾ ਸਾਥ ਦੇਣਾ ਛੱਡ ਦਿੱਤਾ ਸੀ ਪਹਿਲੀ। ਕਹਿੰਦੇ ਕਿਉਂਕਿ ਕਾਂਗਰਸ ਨੇਤਾ ਨਹੀਂ ਚਾਹੁੰਦੇ ਸੀ ਕਿ ਭਾਰਤ ਵਿੱਚ ਸੰਪਰਦਾਇਕ ਦੰਗੇ ਕਰਵਾ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਕਸੂਰ ਲੋਕਾਂ ਨੂੰ ਮਰਵਾਇਆ ਜਾਵੇ, ਕਿਉਂਕਿ ਇਹਦੇ ਇੰਡੀਆ ਦੇ ਵਿੱਚ ਖਾਸ ਕਰ ਨਾ ਇਹ ਜਿਹੜਾ ਸਟਾਰਟਿੰਗ ਤੋਂ ਜਿਹੜੀ ਕਮਜ਼ੋਰੀ ਰਹੀ ਹੈ ਕਿ ਲੋਕਾਂ ਨੂੰ ਸੰਪਰਦਾਇਕ ਦੰਗੇ ਕਰਵਾ ਕੇ ਜਾਂ ਧਰਮ ਦੇ ਨਾਮ ਤੇ ਦੰਗੇ ਕਰਵਾ ਕੇ ਕੁਝ ਵੀ ਕਰਵਾ ਲਓ ਉਹੀ ਕਰ ਦੇਣਗੇ। ਤਾਂ ਉਸ ਟਾਈਮ ਵੀ ਇਹ ਸੀਗਾ। ਠੀਕ ਹੈ ਜੀ, ਕਿ ਭਾਰਤ ਦੇ ਵਿੱਚ ਸੰਪਰਦਾਇਕ ਦੰਗੇ ਕਰਵਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਲੋਕਾਂ ਨੂੰ ਮਰਵਾਇਆ ਜਾਵੇ। ਤਾਂ ਹੀ ਤਾਂ ਜਿਹੜੇ ਅੰਗਰੇਜ਼ਾਂ ਨੇ ਫਾਇਦਾ ਚੱਕਿਆ ਕਿ ਜਿਹੜੇ ਮੁਸਲਿਮ ਲੀਗ ਬਣਵਾਉਣ ਤੱਕ ਵੀ ਸਫਲ ਰਹੇ ਉਹ ਤਾਂ ਹੀ ਕਰ ਗਏ ਨਾ ਕਿ ਜਿਹੜੇ ਹਿੰਦੂ ਲੋਕਾਂ ਨੂੰ ਉਹਨਾਂ ਨੇ ਅਲੱਗ ਕਰਤਾ ਤੇ ਮੁਸਲਮਾਨਾਂ ਨੂੰ ਉਹਨਾਂ ਨੇ ਅਲੱਗ ਕਰਤਾ, ਧਰਮ ਦੇ ਨਾਮ ਤੇ ਹੀ ਕਰੇ ਨਾ ਉਹਨਾਂ ਨੇ ਉਦੋਂ। 18 ਜੁਲਾਈ ਕਹਿੰਦੇ 1947 ਨੂੰ ਬ੍ਰਿਟਿਸ਼ ਸੰਸਦ ਨੇ ਭਾਰਤੀ ਸੁਤੰਤਰਤਾ ਐਕਟ ਸੀ ਜਿਹੜਾ ਪਾਸ ਕਰ ਦਿੱਤਾ। ਹੁਣ ਦੇਖੋ 18 ਜੁਲਾਈ 1947 ਨੂੰ ਬ੍ਰਿਟਿਸ਼ ਸੰਸਦ ਨੇ ਭਾਰਤੀ ਸੁਤੰਤਰਤਾ ਐਕਟ ਸੀ ਜਿਹੜਾ ਉਹ ਪਾਸ ਕਰ ਦਿੱਤਾ। 15 ਅਗਸਤ 1947 ਨੂੰ ਕਹਿੰਦੇ ਭਾਰਤ ਦੇ ਵਿੱਚੋਂ ਅੰਗਰੇਜ਼ੀ ਰਾਜ ਸੀ ਜਿਹੜਾ ਖਤਮ ਹੋ ਗਿਆ, ਭਾਵ ਭਾਰਤ ਕੀ ਹੋ ਗਿਆ, ਆਜ਼ਾਦ ਹੋ ਗਿਆ। 15 ਅਗਸਤ 1947 ਨੂੰ ਜਿਹੜਾ ਅੰਗਰੇਜ਼ੀ ਸ਼ਾਸਨ ਖਤਮ ਹੋਣ ਦੇ ਨਾਲ ਇੰਡੀਆ ਕੀ ਹੋ ਗਿਆ, ਆਜ਼ਾਦ ਹੋ ਗਿਆ। ਹੁਣ ਇਸ ਤੋਂ ਇਲਾਵਾ ਦੇਖੋ ਇਹਦਾ ਜਿਹੜਾ ਅੱਗੇ ਕੀ ਪ੍ਰਭਾਵ ਪਿਆ। ਕਹਿੰਦੇ ਸਿੱਟੇ ਵਜੋਂ ਭਾਰਤ ਦੇ ਕੀ ਹੋ ਗਏ, 2 ਹਿੱਸੇ ਹੋ ਗਏ। ਇੱਕ ਹਿੱਸੇ ਦਾ ਨਾਮ ਰੱਖਿਆ ਗਿਆ ਭਾਰਤ ਤੇ ਦੂਸਰੇ ਦਾ ਨਾਮ ਕੀ ਰੱਖਿਆ ਗਿਆ, ਪਾਕਿਸਤਾਨ। ਭਾਵ ਆਜ਼ਾਦੀ ਤਾਂ ਆਪਾਂ ਨੂੰ ਮਿਲੀ, ਪਰ ਆਜ਼ਾਦੀ ਦੇ ਨਾਲ ਨਾਲ ਆਪਾਂ ਨੂੰ ਕੀ ਜਿਹੜੀ ਬਹੁਤ ਵੱਡੀ ਜਿਹੜੀ ਕਹਿ ਸਕਦੇ ਕੁਰਬਾਨੀ ਹੈ ਨਾ ਦੇਣੀ ਪਈ। ਕਿਉਂ ਦੇਣੀ ਪਈ, ਕਿਉਂਕਿ ਜਿਹੜੇ ਆਪਾਂ ਪਹਿਲਾਂ ਜੇ ਦੇਖੀਏ ਕਿ ਹਿੰਦੂ ਅਤੇ ਮੁਸਲਮਾਨ ਜਿਹੜਾ ਭਾਈਚਾਰਾ ਸੀ ਆਪਸ ਦੇ ਵਿੱਚ ਪਿਆਰ ਦੇ ਨਾਲ ਮਿਲ ਜੁਲ ਕੇ ਰਹਿੰਦੇ ਸੀ। ਪਰ ਉਸ ਤੋਂ ਇਲਾਵਾ ਜਿਹੜੀ ਅੰਗਰੇਜ਼ਾਂ ਨੇ ਅਜਿਹੀ ਚਾਲ ਖੇਡੀ ਜਿਸ ਨੂੰ ਜਿਹੜੇ ਕੋਈ ਸਮਝ ਨਹੀਂ ਸਕਿਆ, ਬੰਗਾਲ ਵੰਡ ਕਰਵਾਈ ਉਹਨਾਂ ਨੇ। ਉਸ ਤੋਂ ਇਲਾਵਾ ਬੰਗਾਲ ਦੇ ਜਿਹੜੇ 2 ਹਿੱਸੇ ਕਰਵਾਉਣ ਤੋਂ ਬਾਅਦ ਉਹਨਾਂ ਨੇ ਜਿਹੜੇ ਮੁਸਲਮਾਨਾਂ ਤੇ ਹਿੰਦੂਆਂ ਦੀ ਜਿਹੜੀ ਬਹੁਤ ਸੰਖਿਆ ਸੀ ਉਹਨਾਂ ਨੂੰ ਅਲੱਗ-ਅਲੱਗ ਕਰਕੇ ਮੁਸਲਿਮ ਲੀਗ ਦੀ ਸਥਾਪਨਾ ਕਰਵਾਈ। ਉੱਥੋਂ ਹੀ ਜਿਹੜੀ ਇੰਡੀਆ ਦੀ ਵੰਡ ਸਟਾਰਟ ਹੋ ਚੁੱਕੀ ਸੀ। ਤਾਂ ਇਹ ਆਪਾਂ ਨੂੰ ਜਿਹੜੀ ਬਹੁਤ ਵੱਡੀ ਕੁਰਬਾਨੀ ਦੇਣੀ ਪਈ ਜਿਹਨੂੰ ਆਪਾਂ ਅੱਜ ਤੱਕ ਚੱਲ ਰਹੇ ਹਾਂ। ਠੀਕ ਹੈ ਜੀ, ਇਹ ਹੁੰਦਾ ਹੀ ਨਾ ਧਰਮ ਦੇ ਨਾਮ ਤੇ, ਨਾ ਹੀ ਇਹਦੇ ਜਿਹੜੇ ਦੇਸ਼ ਦੇ 2 ਹਿੱਸੇ ਹੁੰਦੇ। ਠੀਕ ਹੈ ਜੀ। ਸੋ ਜਿਹੜੀਆਂ ਆਪਣੀਆਂ ਕਲਾਸਾਂ ਨੇ ਉਹ ਅੱਜ ਪ੍ਰੋਪਰ ਤਰ੍ਹਾਂ ਇੱਥੇ ਖਤਮ ਹੋ ਚੁੱਕੀਆਂ ਨੇ। ਕੱਲ੍ਹ ਨੂੰ ਜਿਹੜਾ ਆਪਾਂ ਸਟਾਰਟ ਕਰਾਂਗੇ 1947 ਤੋਂ ਬਾਅਦ ਜਿਹੜੀ ਭਾਰਤ ਦੇ ਵਿੱਚ ਸਮੱਸਿਆਵਾਂ ਆਈਆਂ ਨੇ, ਜਾਂ ਸੰਵਿਧਾਨ ਦੀ ਰਚਨਾ ਹੋਈ ਹੈ, ਜਾਂ ਸੰਪਰਦਾਇਕ ਤੌਰ 'ਤੇ ਲੋਕਾਂ ਨੂੰ ਕਿਵੇਂ ਰੱਖਣਾ ਹੈ ਨਾ, ਜੋ ਵੀ ਕਮੀਆਂ ਪੇਸ਼ੀਆਂ ਆਈਆਂ ਨੇ ਆਪਾਂ ਕੱਲ੍ਹ ਨੂੰ ਉਸ ਬਾਰੇ ਜਿਹੜੀ ਵੀਡੀਓ ਦੇ ਵਿੱਚ ਸਟਾਰਟ ਕਰਾਂਗੇ। ਠੀਕ ਹੈ ਜੀ। ਸੋ ਕਲਾਸ ਪਸੰਦ ਆਈ ਸੋ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ, ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਓ। ਠੀਕ ਹੈ ਜੀ। ਸੋ ਜਿਹੜਾ ਅੱਗੇ PS ਟੈਟ ਆਉਣ ਵਾਲਾ ਉਹਦਾ ਕੋਈ ਪਤਾ ਨਹੀਂ ਕਿ ਕਦੋਂ ਅਨਾਊਂਸ ਹੋ ਚੁੱਕੇ। ਖਾਸ ਕਰ ਜਿਹੜੇ PS ਟੈਟ ਦੀ ਤਿਆਰੀ ਕਰ ਰਹੇ ਨੇ ਬੱਚੇ, C ਟੈਟ ਵਾਲੇ ਅਤੇ ਮਾਸਟਰ ਕੇਡਰ ਵਾਲੇ ਹੈ ਨਾ, ਅਤੇ ਉਸ ਤੋਂ ਇਲਾਵਾ UGC ਨੈਟ ਜਿਹੜਾ ਕੱਲ੍ਹ ਦੀ ਡੇਟ ਲਾਸਟ ਹੈ 3 ਮਾਰਚ ਉਸ ਦੇ ਵਿੱਚ ਵੀ ਜਿਹੜੇ ਬੱਚੇ ਹਿਸਟਰੀ ਨੂੰ ਲੈ ਕੇ ਚੱਲ ਰਹੇ ਨੇ ਉਹਨਾਂ ਵਾਸਤੇ ਵੀ ਇਹ ਕਲਾਸਾਂ ਬਹੁਤ ਜ਼ਿਆਦਾ ਬੈਨੀਫਿਟ ਨੇ। ਠੀਕ ਹੈ ਜੀ। ਸੋ ਮਿਲਦੇ ਹਾਂ ਕੱਲ੍ਹ ਨੂੰ ਇੱਕ ਨਵੀਂ ਕਲਾਸ ਦੇ ਨਾਲ। ਸੋ ਥੈਂਕ ਯੂ, ਟੇਕ ਕੇਅਰ।
ਧੰਨਵਾਦ ਜੀ।